राम रहीम असली ਜਾਂ ਨਕਲੀ ਡੇਰਾ ਮੁਖੀ ਰਾਮ ਰਹੀਮ ਨੂੰ ਲੈ ਕੇ ਗੰਭੀਰ ਇਲਜ਼ਾਮ ਲੱਗੇ ਨੇ ਤੇ ਰਾਮ ਰਹੀਮ ਨੂੰ ਅਗਵਾ ਕਰਨ ਦਾ ਇਲਜ਼ਾਮ ਲਾਇਆ ਜਾ ਰਿਹਾ ਹੈ। ਪੈਰੋਲ ਤੇ ਆਏ ਰਾਮ ਰਹੀਮ ਨੂੰ ਨਕਲੀ ਦੱਸਿਆ ਜਾ ਰਿਹਾ ਹੈ। ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਗਈ ਪਟੀਸ਼ਨ ਵਿੱਚ ਇਲਜ਼ਾਮ ਲਗਾਏ ਗਏ ਨੇ। ਪਟੀਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹੋ ਸਕਦਾ ਹੈ ਕਿ ਰਾਮ ਰਹੀਮ ਦਾ ਕਤਲ ਕੀਤਾ ਗਿਆ ਹੋਵੇ ਜਾਂ ਫਿਰ ਕਤਲ ਦੀ ਸਾਜ਼ਿਸ਼ ਘੜੀ ਗਈ ਹੋਵੇ। ਪਟੀਸ਼ਨ ਵਿੱਚ ਇਹ ਵੀ ਇਲਜ਼ਾਮ ਲਗਾਇਆ ਗਿਆ ਹੈ ਕਿ ਡੇਰੇ ਦੀ ਗੱਦੀ ਦੇ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਹੈ। ਪਟੀਸ਼ਨ ਦਾਖਲ ਕਰਨ ਵਾਲੇ ਦੇ ਮੁਤਾबिक जेल ਵਿੱਚ ਵੀ ਨਕਲੀ ਡੇਰਾ ਮੁਖੀ ਬੰਦ ਸੀ। ਨਿਊਜ਼ 18 ਤੇ ਸਿਰਸਾ ਡੇਰਾ ਨੇ ਬਿਆਨ ਦਿੱਤਾ ਹੈ ਕਿ ਇਲਜ਼ਾਮ ਜਿਹੜੇ ਨੇ ਉਹ ਗਲਤ ਨੇ, ਸਾਜ਼ਿਸ਼ ਦੇ ਤਹਿਤ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਸਿਰਸਾ ਡੇਰਾ ਦਾ ਇਹ ਕਹਿਣਾ ਹੈ ਇਸ ਪੂਰੇ ਮਾਮਲੇ ਦੇ ਮੁਤਲਕ ਰਾਮ ਰਹੀਮ ਅਸਲੀ ਹੈ ਜਾਂ ਨਕਲੀ ਹੈ, ਇਸ ਨੂੰ ਲੈ ਕੇ ਪਟੀਸ਼ਨ ਹਾਈ ਕੋਰਟ ਦੇ ਵਿੱਚ ਪਾਈ ਗਈ ਹੈ। ਸਾਡੇ ਸਹਿਯੋਗੀ ਨਕੁਲ ਜਸੂਜਾ ਸਿਰਸਾ ਤੋਂ ਸਾਡੇ ਨਾਲ ਜੁੜ ਰਹੇ ਨੇ। ਨਕੁਲ, ਵਿਵਾਦ ਉੱਠਿਆ ਰਾਮ ਰਹੀਮ ਅਸਲੀ ਜਾਂ ਨਕਲੀ, ਡੇਰਾ ਕੁਝ ਹੋਰ ਕਹਿ ਰਿਹਾ ਹੈ, ਡੇਰਾ ਪ੍ਰੇਮੀ ਕੁਝ ਹੋਰ ਕਹਿ ਰਹੇ ਨੇ। जी बिल्कुल, इस वक्त मैं डेरा सच्चा सौदा के बिल्कुल बाहर हाँ। डेरा सच्चा सौदा का आश्रम है, गेट है। इत्थे इस वेले कोई चहल पहल आम दिनों वांगू वेखण नूं मिल रही है। लोग वड्डे पद्धर दे विच डेरे दे विच आ रहे ने। हालांकि डेरा प्रमुख इत्थे नहीं सन। डेरा प्रमुख बरनावा उत्तर प्रदेश के आश्रम दे विच ने, लेकिन समर्थक हाले भी इत्थे आ रहे ने। कुछ डेरा समर्थकों नाल असीं गलबात करांगे, उन्हां दा की कहना है। तुहानूं की लगदा है, तुसीं जाके आए हो बरनावे, ਤੁਹਾਨੂੰ ਕੀ ਲੱਗਦਾ ਹੈ ਜਿਹੜੇ ਐਲੀਗੇਸ਼ਨ ਲੱਗ ਰਹੇ ਨੇ ਕਿੰਨੇ ਸੱਚ ਨੇ ਕਿੰਨੇ ਝੂਠ ਨੇ? ਦੇਖੋ, ਅਸੀਂ ਪਿਛਲੇ ਦਿਨਾਂ 'ਚ ਗੁਰੂ ਜੀ ਕੋਲ ਬਰਨਾਵਾ ਯੂਪੀ ਦਰਬਾਰ 'ਚ ਮਿਲ ਕੇ ਆਏ ਹਾਂ। ਪੂਰਾ ਪਰਿਵਾਰ ਸਾਡਾ ਉੱਥੇ ਗਿਆ, ਗੁਰੂ ਜੀ ਨੂੰ ਮਿਲੇ, ਦਰਸ਼ਨ ਕੀਤੇ, ਗੁਰੂ ਜੀ ਦੇ ਰੂਬਰੂ ਵੀ ਹੋਏ। ਤੇ ਇਸ ਤਰ੍ਹਾਂ ਕੋਈ ਗੱਲ ਨਹੀਂ, ਜਿਹੜੇ ਲੋਕ ਗੱਲਾਂ ਫੈਲਾ ਰਹੇ ਨੇ ਸਭ ਨਕਲੀ ਨੇ ਗੱਲਾਂ, ਐਸੀ ਕੁਝ ਨਹੀਂ। ਗੁਰੂ ਜੀ ਜਿਸ ਤਰ੍ਹਾਂ ਪਹਿਲੇ 5 ਸਾਲ ਪਹਿਲੇ ਸਾਧ ਸੰਗਤ ਨੂੰ ਮਿਲਦੇ ਸੀ, ਦਰਸ਼ਨ ਦਿੰਦੇ ਸੀ, ਉਸੇ ਪ੍ਰਕਾਰ ਗੁਰੂ ਜੀ ਅੱਜ ਵੀ ਉਸੇ ਤਰ੍ਹਾਂ ਹੀ ਸਾਡੇ ਨਾਲ ਗੱਲਬਾਤ ਕੀਤੀਆਂ, ਸਾਨੂੰ ਦਰਸ਼ਨ ਦਿੱਤੇ, ਬਹੁਤ ਸੁੰਦਰ ਵਚਨ ਕੀਤੇ। ਉਸੇ ਤਰ੍ਹਾਂ ਗੁਰੂ ਜੀ ਹੋਰ ਹੀ ਬਹੁਤ ਅੱਛੇ ਲੱਗ ਰਹੇ ਨੇ। ਕੀ ਜਿਹੜੀ ਗੱਲਾਂ ਕਹੀਆਂ ਕਿ ਨਕਲੀ ਗੁਰੂ ਨੇ, ਕੀ ਤੁਹਾਨੂੰ ਕੀ ਲੱਗਦਾ ਹੈਗਾ ਇਹ ਕਿਉਂ ਕੀਤੀਆਂ ਜਾ ਰਹੀਆਂ ਨੇ? ਇਹ ਜਿਹੜੀ ਯਾਚਿਕਾ ਲਾਈ ਹੈ, ਤੁਹਾਨੂੰ ਕੀ ਲੱਗਦਾ ਹੈਗਾ ਇਹ ਗੱਲਾਂ ਕਿਉਂ ਉੱਠ ਰਹੀਆਂ ਨੇ ਰਾਮ ਰਹੀਮ ਦੇ ਬਾਹਰ ਆਉਣ ਤੋਂ ਬਾਅਦ? ਇਹ ਜਿਹੜੀ ਯਾਚਿਕਾ ਲਗਾਈ ਹੈ, ਇਹ ਨਵਾਂ ਲੋਕਾਂ ਨੇ ਪਹਿਲੇ ਵੀ ਇੱਕ ਵਾਰ ਯਾਚਿਕਾ ਲਗਾਈ ਸੀ ਤੇ ਉਦੋਂ ਵੀ ਇਹਨਾਂ ਨੂੰ ਮਾਨਨੀय ਹਾਈ ਕੋਰਟ ਵੱਲੋਂ ਜੁਰਮਾਨਾ ਲੱਗਿਆ ਸੀ, ਇਹਨਾਂ ਨੂੰ ਫਾਈਨ ਲੱਗਿਆ ਸੀ। ਇਹ ਉਹੀ ਲੋਕ ਨੇ ਜਿਹੜੀ ਸਾਧ ਸੰਗਤ ਨੂੰ ਤੋੜਨਾ ਚਾਹੁੰਦੇ ਨੇ। ਇਸ ਤਰ੍ਹਾਂ ਕੁਝ ਵੀ ਨਹੀਂ ਹੈ। 100% ਗੁਰੂ ਜੀ ਜਿਹੜਾ ਪਹਿਲਾਂ 5 ਸਾਲ ਪਹਿਲਾਂ ਜਿਸ ਤਰ੍ਹਾਂ ਸੰਗਤ ਨੂੰ ਮਿਲੇ ਉਸੇ ਦਾ ਗੁਰੂ ਜੀ ਅੱਜ ਵੀ ਦਰਸ਼ਨ ਦੇ ਰਹੇ ਨੇ। ਇਹ ਬਿਲਕੁਲ ਮਨਗੜਤ ਗੱਲਾਂ ਨੇ ਇਹਨਾਂ ਦੀਆਂ। ਸਿਰਫ ਸਾਧ ਸੰਗਤ ਨੂੰ ਤੋੜਨਾ, ਲੋਕਾਂ 'ਚ ਭਰਮ ਪਾਣਾ, ਇਹਨਾਂ ਦਾ ਇਹੋ ਮਕਸਦ ਪਹਿਲੇ ਵੀ ਸੀ, ਅੱਜ ਵੀ ਉਹੀ ਕੋਸ਼ਿਸ਼ ਕਰ ਰਹੇ ਨੇ ਤਾਂ ਕਿ ਸਾਧ ਸੰਗਤ ਇਕਜੁੱਟ ਹੋ ਕੇ ਨਾਲ ਚੱਲ ਸਕੇ। ਹੋਰ ਕਈ ਸਮਰਥਕ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਤੁਹਾਨੂੰ ਕੀ ਲੱਗਦਾ ਹੈ ਜਿਹੜੀ ਗੱਲਬਾਤ ਸਾਹਮਣੇ ਆ ਰਹੀ ਹੈ, ਕੀ ਲੱਗ ਰਿਹਾ ਹੈ ਜਾਂ ਕਿਉਂ ਹੋ ਰਿਹਾ? ਕਿ ਸੱਚਮੁੱਚ ਸਮਰਥਕ ਵੀ ਮੰਨਦੇ ਨੇ ਕਿ ਕਿਤੇ ਕਿਸੇ ਗੱਲ ਨੂੰ ਲੈ ਕੇ ਕੋਈ ਖਦਸ਼ਾ ਹੈਗਾ ਕਿ ਸੱਚ ਦੇ ਵਿੱਚ ਰਾਮ ਰਹੀਮ ਜਿਹੜੇ ਬਰਨਾਵੇ ਨੇ ਉਹ ਅਸਲੀ ਜਾਂ ਨਕਲੀ ਨੇ? ਕੀ ਤੁਹਾਨੂੰ ਕੀ ਲੱਗਦਾ ਹੈ? ਇਹ ਸਰਾਸਰ ਬਿਲਕੁਲ ਗਲਤ ਗੱਲ ਹੈ ਜੀ। ਇਹ ਤਾਂ ਮਤਲਬ ਇਸ ਤਰ੍ਹਾਂ ਵੀ ਸੰਗਤ ਇੰਨੇ ਅੱਛੇ ਕੰਮ ਕਰ ਰਹੀ ਹੈ, ਇਹ ਬੁਰਾਈ ਨੂੰ ਕੁਝ ਨਾ ਕੁਝ ਮਤਲਬ ਤਕਲੀਫ ਹੋ ਜਾਂਦੀ, ਪੇਟ ਦਰਦ ਹੁੰਦਾ ਹੈ ਵੀ ਇੰਨੇ ਅੱਛਾਈ ਦੇ ਕੰਮ ਹੋ ਰਹੇ ਨੇ, ਇੰਨੇ ਮਾਨਵਤਾ ਭਲਾਈ ਦੇ ਕੰਮ ਹੋ ਰਹੇ ਨੇ। ਗੁਰੂ ਜੀ ਉਸੇ ਤਰ੍ਹਾਂ ਹੀ ਜੇਲ੍ਹ ਤੋਂ ਜਾਣ ਤੋਂ ਬਾਅਦ ਵੀ ਉਸੇ ਤਰ੍ਹਾਂ ਹੀ ਸੰਗਤ ਜੁੜੀ ਹੋਈ ਹੈ, ਉਸੇ ਤਰ੍ਹਾਂ ਹੀ ਸੰਗਤ ਆ ਰਹੀ ਹੈ, ਉਸੇ ਤਰ੍ਹਾਂ ਸੰਗਤ ਬਰਨਾਵਾ ਇੰਨੀ ਸੰਗਤ ਆਸ਼ੀਰਵਾਦ ਲੈ ਕੇ ਆਈ ਹੈ। ਅਸੀਂ ਖੁਦ ਜਾ ਕੇ ਆਏ ਹਾਂ, ਅਸੀਂ ਉਹਨਾਂ ਦਾ ਆਸ਼ੀਰਵਾਦ ਲੈ ਕੇ ਆਏ ਹਾਂ। तो उन्होंने बड़े प्रेम नाल प्यार नाल संगत नूं प्यार दिता, बड़ा अच्छे तरह समझाया। उन्होंने इस तरह मानवता भलाई दे कार्य करने वास्ते प्रेरित किया है। तो ये तो सिर्फ लोग उही ने जिहड़े चंगे काम होना नहीं देना चाहते, लोगों की भलाई होना नहीं देना चाहते। लेकिन वो कहते हैं कि वो बहुत पुराने समर्थक ने, डेरे दे नाल बहुत वक्त तो जुड़े ने ते उन्हां नूं सब कुछ पता हैगा। वो डेरे दे विच भी रहे ने, उन्हां नूं पता है कि ਜਿਹੜੇ ਪਹਿਲਾ ਗੁਰੂ ਜੀ ਸੀ, ਜਿਹੜਾ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਪਹਿਲਾਂ ਸੀ ਉਹ ਅਸਲੀ ਸੀਗੇ, ਹੁਣ ਜਿਹੜੇ ਨੇ ਉਹ ਨਕਲੀ ਨੇ। ਇਹ ਗੱਲਾਂ ਉਹਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ। ਉਹ ਆਪਣੇ ਆਪ ਨੂੰ ਸੱਚੇ ਸਮਰਥਕ ਕਹਿ ਰਹੇ ਨੇ। ਤੁਹਾਨੂੰ ਕੀ ਲੱਗਦਾ? सच्चे समर्थक तो हो ही नहीं सकते भाई मेरे। जितने 2-4 लोग समर्थक हो सकते हैं, ये 6 करोड़ संगत उसी तरह जा रही है कि लखा संगत गई है, तो 2-4 बंदे की गल सच्ची होएगी? लखा संगत जा रही है, आ रही है, उन्होंने गुरु जी उसी तरह ही प्यार नाल कर रहे हैं, उस तरह ही शब्द सुना रहे हैं, उसी तरह ही सारिया गल्लां दस रहे हैं, उसी तरह सारा कुछ वही एक्टिविटीज है, वही उस तरह का हाल चाल बिल्कुल उसी तरह। 1% भी कोई फर्क नहीं पिया। हाँ, इन्ना जरूर है भी वो पहले फिट जरूर हो गए ने। पहले उन्होंने वजन घटिया उन्होंने, वो एक्सरसाइज करते हैं, सानू दसिया भी मैं फिट होने का कारण की है। 15 किलोमीटर तक की सैर भी करते हैं, मतलब दौड़ लाते हैं ते अच्छी तरह एक्सरसाइज कर। ਜਿਹੜੇ ਆਰੋਪ ਲਾਏ ਜਾ ਰਹੇ ਨੇ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ? ये बिल्कुल सरासर गलत है जी, बिल्कुल झूठ है, बिल्कुल मन का गल्लां
ਨੇ ਇਹ ਸੰਗਤ ਨੂੰ ਭਰਮਿਤ ਕਰਨਗੇ। ਫਰਕ ਪਊਗਾ ਸੰਗਤ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਸੰਗਤ ਦੇ ਵਿੱਚ ਕੋਈ ਖਦਸ਼ਾ ਆਊਗਾ ਕੋਈ ਇਸ ਗੱਲ ਨੂੰ ਲੈ ਕੇ? ਨਹੀਂ, ਸੰਗਤ ਤਾਂ ਪਹਿਲਾਂ ਵੀ ਉਦਾਂ ਜੁੜੀ ਹੋਈ ਹੈ। ਦੇਖੋ ਪਹਿਲਾਂ ਕਿੰਨੇ ਹੱਥਕੰਡੇ ਅਪਣਾਏ ਗਏ ਲੋਕਾਂ ਦੁਆਰਾ ਵੀ ਸੰਗਤ ਨੂੰ ਤੋੜੀਏ, ਸੰਗਤ ਨੂੰ ਤੋੜੀਏ। ਸੰਗਤ ਬਿਲਕੁਲ ਨਹੀਂ ਟੁੱਟਦੀ, ਸੰਗਤ ਉਸੇ ਤਰ੍ਹਾਂ ਹੀ ਚੱਲੀ ਜਾਂਦੀ ਹੈ। ਇੱਕ ਇਹਨਾਂ ਕੋਲ ਇਹੀ ਕਾਰਨ ਹੋ ਰਹਿ ਗਿਆ ਸੀ ਵੀ ਆਹ ਨਕਲੀ ਵਾਲਾ ਕੰਮ ਹੋ ਚਲਾ ਦਈਏ। ਇਹ ਕਿਵੇਂ ਹੋ ਸਕਦਾ ਨਕਲੀ ਵਾਲੇ ਹੋ ਚਲਾ ਦਈਏ? ਜੀ ਬਿਲਕੁਲ, ਇਹ ਸਮਰਥਕਾਂ ਦਾ ਇਹ ਕਹਿਣਾ ਹੈ ਕਿ ਜਿਸ ਤਰ੍ਹਾਂ ਪਹਿਲੇ ਸਮਰਥਕ ਡੇਰੇ ਦੇ ਨਾਲ ਜੁੜੇ ਸਨ ਉਸੇ ਤਰ੍ਹਾਂ ਦੇ ਵਿੱਚ ਸਮਰਥਕ ਹਲੇ ਵੀ ਨਾਲ ਨੇ, ਕਿਸੇ ਤਰ੍ਹਾਂ ਦਾ ਕੋਈ ਖਦਸ਼ਾ ਨਹੀਂ ਹੈ। ਇਹ ਉਹ ਲੋਕ ਨੇ ਜਿਹੜੇ ਪਹਿਲਾਂ ਵੀ ਡੇਰੇ ਦੇ ਖਿਲਾਫ ਇਸ ਤਰ੍ਹਾਂ ਦੀ ਸ਼ੜਯੰਤਰ ਰਚ ਰਹੇ ਨੇ। ਇਸ ਤਰ੍ਹਾਂ ਦੀ ਗੱਲਾਂ ਡੇਰਾ ਸਮਰਥਕਾਂ ਵੱਲੋਂ ਕੀਤੀ ਜਾ ਰਹੀ ਹੈ। ਹਾਲਾਂਕਿ ਕੱਲ ਜਦੋਂ ਕੋਰਟ ਮਾਨਨੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਫੈਸਲਾ ਮਾਮਲਾ ਜਾਊਗਾ, ਕੋਰਟ ਕੀ ਫੈਸਲਾ ਲੈਂਦੀ ਹੈ, ਕੀ ਇਸ ਕੇਸ ਨੂੰ ਪਰਸੂ ਕਰਦੀ ਹੈ, ਉਹ ਕੱਲ ਪਤਾ ਲੱਗੂਗਾ। ਲੇਕਿਨ ਸਮਰਥਕਾਂ ਦਾ ਇਹ ਕਹਿਣਾ ਹੈਗਾ ਕਿ ਜਿਹੜੇ ਆਰੋਪ ਲਾ ਰਹੇ ਨੇ ਉਹ ਪਹਿਲਾਂ ਵੀ ਇਸ ਤਰ੍ਹਾਂ ਦੇ ਆਰੋਪ ਲਾਉਂਦੇ ਰਹੇ ਨੇ ਤੇ ਉਹਨਾਂ ਦੇ ਉੱਤੇ ਡੇਰਾ ਦੇ ਸਮਰਥਕਾਂ ਵੱਲੋਂ ਆ ਵੀ ਕਿਹਾ ਗਿਆ ਕਿ ਪਹਿਲਾਂ ਵੀ ਕੋਰਟ ਵੱਲੋਂ ਉਹਨਾਂ ਨੂੰ ਫਟਕਾਰ ਲੱਗ ਚੁੱਕੀ ਹੈ। ਇਸ ਤਰ੍ਹਾਂ ਦੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਤੇ ਸਮਰਥਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਝੂਠੀ ਬੇਬੁਨਿਆਦੀ ਗੱਲਾਂ, ਜਿਹੜੇ ਸਮਰਥਕ ਕਹਿ ਰਹੇ ਨੇ ਕਿ ਇਹ ਝੂਠੀ ਬੇਬੁਨਿਆਦੀ ਗੱਲਾਂ ਨੇ, ਇਹਨਾਂ ਨਾਲ ਸਮਰਥਕਾਂ ਤੇ ਕੋਈ ਫਰਕ ਨਹੀਂ ਪੈਣ ਵਾਲਾ। ਲੇਕਿਨ ਇੱਕ ਸਵਾਲ ਜ਼ਰੂਰ ਉੱਠਿਆ ਹੈ, ਇੱਕ ਚਰਚਾ ਜ਼ਰੂਰ ਚੱਲੀ ਹੈ, ਜਿਹੜੀ ਗੱਲ ਆ ਨਿਕਲ ਕਰ ਆਈ ਹੈ ਕਿ ਵਾਕਿਆ ਹੀ ਜਿਹੜਾ ਸ਼ਖਸ ਜਿਹੜੇ ਬਰਨਾਵਾ ਆਸ਼ਰਮ ਦੇ ਵਿੱਚ ਨੇ ਕਿ ਵਾਕਿਆ ਹੀ ਡੇਰਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਨੇ ਜਾਂ ਫਿਰ ਉਹ ਜਿਹੜਾ ਕਹਿ ਰਹੇ ਨੇ ਕਿ ਨਕਲੀ ਨੇ। ਇਹ ਇੱਕ ਵੱਡਾ ਸਵਾਲ ਜ਼ਰੂਰ ਨਿਕਲ ਕਰ ਆਇਆ ਹੈ ਕਿ ਜਿਹੜੇ ਸਵਾਲ ਚੁੱਕ ਰਹੇ ਨੇ। ਹਾਲਾਂਕਿ ਸਮਰਥਕ ਕਹਿ ਰਹੇ ਨੇ ਕਿ ਇਹ ਸਾਰੇ ਆਰੋਪ ਝੂਠੇ ਬੇਬੁਨਿਆਦ ਨੇ। ਪਹਿਲਾਂ ਵੀ ਇਸ ਤਰ੍ਹਾਂ ਦੇ ਆਰੋਪ ਡੇਰੇ ਨੂੰ ਬਦਨਾਮ ਕਰਨ ਦੇ, ਡੇਰੇ ਦੀ ਸੰਗਤ ਦੇ ਵਿੱਚ ਪਾੜ ਪਾਉਣ ਦੇ ਲਾਏ ਗਏ ਨੇ। ਜੀ ਬਿਲਕੁਲ, ਕਿਤੇ ਨਾ ਕਿਤੇ ਨਕੁਲ ਇਹ ਸਾਰੇ ਸਵਾਲ ਨੇ। ਔਰ ਨਕੁਲ ਸਵਾਲ ਕਿਤੇ ਨਾ ਕਿਤੇ ਇਹ ਵੀ ਹੈਗਾ ਕਿ ਯੂਪੀ ਦੇ ਬਰਨਾਵਾ ਡੇਰੇ ਦੇ ਵਿੱਚ ਰਾਮ ਰਹੀਮ ਮੌਜੂਦ ਨੇ। ਸਿਰਸਾ ਨਾ ਆਣਾ ਵੀ ਕੀ ਇਹ ਵੀ ਇੱਕ ਆਧਾਰ ਬਣਿਆ ਇਸ ਸਾਰੇ ਐਲੀਗੇਸ਼ਨ ਦਾ? ਨਹੀਂ, ਇਹ ਕੋਈ ਗੱਲ ਨਹੀਂ ਹੈ। ਇਹ ਜਿਹੜੇ ਸਾਨੂੰ ਜਿਹੜੀ ਜਾਣਕਾਰੀ ਮਿਲੀ ਹੈ ਉਹਦੇ ਵਿੱਚ ਆ ਗੱਲ ਸੀ, ਜਦੋਂ ਇਹਨਾਂ ਨੂੰ ਰਾਮ ਰਹੀਮ ਨੂੰ ਜਦੋਂ ਜੇਲ੍ਹ ਤੋਂ ਪੈਰੋਲ ਮਿਲੀ ਸੀ ਉਸ ਦੇ ਵਿੱਚ ਇਹ ਗੱਲ ਲਿਖੀ ਗਈ ਸੀ ਕਿ ਰਾਮ ਰਹੀਮ 30 ਦਿਨ ਆਪਣੀ ਜਦੋਂ ਪੈਰੋਲ ਅਵਧੀ ਦੇ ਦੌਰਾਨ ਉਹ ਉੱਤਰ ਪ੍ਰਦੇਸ਼ ਦੇ ਬਰਨਾਵਾ ਆਸ਼ਰਮ ਦੇ ਵਿੱਚ ਰਹਿਣਗੇ। ਉਸ ਦੇ ਵਿੱਚ ਆ ਜ਼ਿਕਰ ਨਹੀਂ ਸੀ ਕਿ ਉਹ ਸਰਸੇ ਜਾਣਗੇ। ਹਾਲਾਂਕਿ ਇਸ ਗੱਲ ਦੀ ਉਹਨਾਂ ਨੂੰ ਰਾਹਤ ਜ਼ਰੂਰ ਮਿਲੀ ਹੈ ਕਿ ਉਹ ਆਪਣੇ ਸਮਰਥਕਾਂ ਨਾਲ ਮਿਲ ਸਕਦੇ ਨੇ, ਉਹਨਾਂ ਨਾਲ ਗੱਲਬਾਤ ਕਰ ਸਕਦੇ ਨੇ। ਉਹ ਉੱਥੇ ਬਿਲਕੁਲ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਬਾਉਂਡੇਸ਼ਨ ਨਹੀਂ ਹੈਗੀ। ਤੇ ਉਹੀ ਹੈ ਹੁਣ ਸਾਨੂੰ ਜਿਹੜੀ ਜਾਣਕਾਰੀ ਮਿਲ ਰਹੀ ਹੈ, ਜਿਹੜੇ ਸਮਰਥਕ ਸਾਨੂੰ ਦੱਸ ਰਹੇ ਨੇ ਕਿ ਬਹੁਤ ਸੇ ਐਜੇ ਸਮਰਥਕ ਨੇ ਸਰਸੇ ਦੇ ਜਾਂ ਆਸ-ਪਾਸ ਦੇ ਇਲਾਕੇ ਦੇ, ਉਹ ਰਾਮ ਰਹੀਮ ਨੂੰ ਉੱਥੋਂ ਮਿਲ ਕੇ ਆਏ ਨੇ, ਉਹ ਦੱਸ ਵੀ ਰਹੇ ਨੇ ਤੇ ਉਹਨਾਂ ਦੀ ਤਰਫੋਂ ਪੂਰੀ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ। ਤੇ ਇੱਕ ਗੱਲ ਆ ਵੀ ਹੈ ਕਿ ਰੋਜ਼ ਡੇਰਾ ਪ੍ਰਮੁੱਖ ਵੱਲੋਂ ਇੱਕ ਵੀਡੀਓ ਵੀ ਜਾਰੀ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਆਪਣੇ ਸਮਰਥਕਾਂ ਨੂੰ ਸਤਸੰਗ ਤੇ ਭਜਨ ਸੁਣਾਇਆ ਜਾ ਰਿਹਾ ਹੈ। ਲੇਕਿਨ ਇਹ ਕੰਡੀਸ਼ਨ ਪਹਿਲਾਂ ਲੱਗੀ ਸੀ ਕਿ ਉਹ ਸਰਸੇ ਨਹੀਂ ਆਣਗੇ। ਹੋ ਸਕਦਾ ਹੈ ਕਿ ਉਹ ਆਉਣ ਵਾਲੇ ਦਿਨਾਂ 'ਚ ਜਿੰਨੇ ਦਿਨ ਪੈਰੋਲ ਦੇ ਰਹਿ ਗਏ ਨੇ ਉੱਥੇ ਹੀ ਆਪਣੇ ਸਮਰਥਕਾਂ ਨੂੰ ਸਤਸੰਗ ਭਜਨ ਦੇਣ। ਲੇਕਿਨ ਇਹ ਗੱਲ ਕਲੀਅਰ ਹੈ ਕਿ ਉਹ ਸਰਸੇ ਨਹੀਂ ਆਣਗੇ ਕਿਉਂਕਿ ਜਦੋਂ ਪੈਰੋਲ ਮਿਲੀ ਸੀ ਉਸ ਦੇ ਵਿੱਚ ਇੱਕ ਕੰਡੀਸ਼ਨ ਸੀਗੀ ਕਿ ਉਹ ਉੱਥੇ ਹੀ ਰਹਿਣਗੇ ਕਿਉਂਕਿ ਉੱਥੇ ਦਾ ਐਡਰੈਸ ਜੇਲ੍ਹ ਮੈਨੂਅਲ ਦੇ ਹਿਸਾਬ ਨਾਲ ਲਿਖਵਾਇਆ ਗਿਆ ਸੀ। ਜੀ ਬਿਲਕੁਲ ਨਕੁਲ, ਇੱਕ ਹੋਰ ਆਧਾਰ ਹੈਗਾ ਪਟੀਸ਼ਨ ਦੇ ਵਿੱਚ ਕਿ ਜਿਹੜੇ ਵੀਡੀਓਜ਼ ਆ ਰਹੇ ਨੇ ਰਾਮ ਰਹੀਮ ਦੇ, ਜਿਹੜੇ ਵੀਡੀਓ ਰਿਲੀਜ਼ ਕੀਤੇ ਜਾ ਰਹੇ ਨੇ ਉਸ ਦੇ ਵਿੱਚ ਉਂਗਲਾਂ ਦਾ ਸਾਈਜ਼ ਜਾਂ ਹਾਈਟ ਜਿਹੜੀ ਹੈਗੀ ਉਹ ਵਧੀ ਹੋਈ ਨਜ਼ਰ ਆ ਰਹੀ ਹੈ। ਇਸ ਤਰ੍ਹਾਂ ਦੇ ਐਲੀਗੇਸ਼ਨ ਵੀ ਨੇ ਔਰ ਹਰੇਕ ਵੀਡੀਓ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਫੇਸ ਤੇ ਮਾਸਕਿੰਗ ਜਿਹੜੀ ਹੈਗੀ ਉਹ ਕੀਤੀ ਹੋਈ ਲੱਗ ਰਹੀ ਹੈ। ਜਿਹੜੇ ਪਟੀਸ਼ਨ ਪਾਉਣ ਵਾਲੇ ਨੇ ਉਹਨਾਂ ਦਾ ਇਹ ਐਲੀਗੇਸ਼ਨ ਹੈਗਾ। ਸਮਰਥਕ ਕੀ ਕਹਿੰਦੇ ਨੇ ਇਸ ਬਾਰੇ? ਆਖਿਆ ਗਿਆ ਹੈ ਕਿ ਉਂਗਲਾਂ ਦਾ ਸਾਈਜ਼ ਛੋਟਾ ਹੈਗਾ, ਫੇਸ ਤੇ ਮਾਰਕਿੰਗ ਹੈਗੀ। ਮਤਲਬ ਉਹ ਇਹ ਕਹਿ ਰਹੇ ਨੇ ਕਿ ਕੁਝ ਪਲਾਨ ਕੀਤਾ ਗਿਆ। ਤੁਹਾਨੂੰ ਕੀ ਲੱਗਿਆ? ਤੁਸੀਂ ਆਪ ਮਿਲ ਕੇ ਆਏ, ਕਿੰਨੀ ਦੇਰ ਤੁਹਾਡੀ ਗੱਲਬਾਤ ਹੋਈ, ਕੀ ਉਹਨਾਂ ਨਾਲ ਗੱਲਬਾਤ ਹੋਈ, ਤੁਹਾਨੂੰ ਕੋਈ ਬਦਲਾਵ ਲੱਗਿਆ ਉਹਦੇ ਵਿੱਚ? ਦੇਖੋ, ਜਿਹੜੇ ਕਹਿ ਰਹੇ ਨੇ ਕਿ ਉਂਗਲਾਂ 'ਚ ਬਦਲਾਵ ਹੈ, ਫੇਸ 'ਚ ਬਦਲਾਵ ਹੈ, ਪਹਿਲੇ ਨਾ ਪੁੱਛੋ ਕਿਆ ਉਹ ਮਿਲ ਕੇ ਆਏ ਨੇ? ਉਹਨਾਂ ਨੇ ਬਿਲਕੁਲ ਝੂਠ ਹੈ ਜੀ, 100%। ਅਸੀਂ ਖੁਦ ਪੂਰਾ ਪਰਿਵਾਰ, ਸਾਡੇ ਬੱਚੇ, ਸਾਡੇ ਮਾਂ-ਬਾਪ ਸਭ ਅਸੀਂ ਗੁਰੂ ਜੀ ਨੂੰ ਰੂਬਰੂ ਮਿਲ ਕੇ ਆਏ ਹਾਂ, ਬਕਾਇਦਾ ਉਹਨਾਂ ਦਾ ਆਸ਼ੀਰਵਾਦ ਲੈ ਕੇ ਆਏ ਹਾਂ। ਗੁਰੂ ਜੀ ਨੇ ਸਾਡਾ ਹਾਲ ਚਾਲ ਹੀ ਪੁੱਛਿਆ, ਜਿੱਦਾਂ ਸਾਨੂੰ ਪਹਿਲੇ 5 ਸਾਲ ਪਹਿਲੇ ਗੁਰੂ ਜੀ ਜਿਵੇਂ ਆਸ਼ੀਰਵਾਦ ਦਿੰਦੇ ਉਸੇ ਤਰ੍ਹਾਂ ਗੁਰੂ ਜੀ ਨੇ ਸਾਡੇ ਪੂਰੇ ਪਰਿਵਾਰ ਨੂੰ ਆਸ਼ੀਰਵਾਦ ਦਿੱਤਾ। ਮੈਂ ਖੁਦ ਆਪਣੀ ਗੱਡੀ ਤੇ ਬਰਨਾਵਾ ਯੂਪੀ ਦਰਬਾਰ ਗੁਰੂ ਜੀ ਨੂੰ ਖੁਦ ਮਿਲ ਕੇ ਆਏ ਹਾਂ। ਫਿਰ ਹੁਣ ਦੱਸੋ ਅਸੀਂ ਸੱਚ ਬੋਲੇ? ਜਿਹੜੇ ਗਏ ਹੀ ਕੋਣੀ ਉਹ ਕਿਵੇਂ ਉਂਗਲਾਂ ਮਾਪ ਲੀਆਂ, ਕੀ ਦੇਖ ਲਿਆ ਉਹਨਾਂ ਨੇ, ਕਿਵੇਂ ਫੇਸ ਦੇਖ ਲਿਆ? ਅੱਜ ਤਾਂ ਰੂਬਰੂ ਹੋ ਕੇ ਆਏ ਹਾਂ।
ਸਾਨੂੰ ਪਤਾ 100% ਗੁਰੂ ਜੀ ਸਾਡੇ ਉਹੀ ਗੁਰੂ ਜੀ ਨੇ। ਇਹ ਤਾਂ ਸਭ ਮਨਗਣਤ ਗੱਲਾਂ ਨੇ, ਕੁਝ ਨਹੀਂ ਹੈ। 1% ਕੀ 0.1% ਵੀ ਸੱਚਾਈ ਨਹੀਂ ਹੈ, ਬਿਲਕੁਲ ਝੂਠ ਹੈ। ਸਿਰਫ ਭਰਮ ਫੈਲਾਣਾ ਹੈ ਜੀ ਉਹਨਾਂ ਦਾ, ਕਿਉਂਕਿ ਹੁਣ ਉਹਨਾਂ ਕੋਲ ਕੋਈ ਰਸਤਾ ਨਹੀਂ ਹੈ। ਲਾਸਟ ਜੀ ਉਹ ਵੀ ਇਹਨਾਂ ਨੇ ਕਰ ਲਿਆ। ਇਹ ਵੀ ਦੇਖਾਂਗੇ ਕਿ ਹੁਣ ਮਾਨਨੀ ਅਦਾਲਤ ਉਹਨਾਂ ਨੂੰ ਇਸ ਵਾਰੀ ਵੀ ਉਹਨਾਂ ਨੂੰ ਫਾਈਨ ਜ਼ਰੂਰ ਲਗਾਊਗੀ ਜਿਹੜੇ ਸੰਗਤ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹੈ। ਕੀ ਲੱਗਦਾ ਹੈ ਜਿਹੜੀ ਗੱਲਾਂ ਕੀਤੀਆਂ ਗਈਆਂ ਕਿ ਉਂਗਲਾਂ ਦਾ ਸਾਈਜ਼ ਕੀ ਲੱਗਦਾ ਤੁਹਾਨੂੰ? ਉਂਗਲਾਂ ਦਾ ਸਾਈਜ਼ ਛੋਟਾ ਹੋ ਜਾਂਦਾ ਹੈ, ਤੁਹਾਨੂੰ ਕੀ ਲੱਗਦਾ? देखो सर, एक तो मूर्खता वाली बातें हैं बिल्कुल। ਇਹ ਹੋ ਹੀ ਨਹੀਂ ਸਕਦਾ ਕਿ ਉਂਗਲਾ ਸਾਹਿਬ ਛੋਟਾ ਹੋ ਗਿਆ। ਜਿਨ੍ਹਾਂ ਨੇ ਜਾ ਕੇ ਉਹਨਾਂ ਦੇ ਦਰਸ਼ਨ ਹੀ ਨਹੀਂ ਕੀਤੇ, ਉਹਨਾਂ ਨੂੰ ਦੇਖਿਆ ਹੀ ਨਹੀਂ, ਉਹ ਵੈਸੇ ਮਨਘੜਤ ਕਹਾਣੀਆਂ ਬਣਾ ਰਹੇ ਨੇ। ਹਾਂ, ਸਰੀਰ 'ਚ ਬਦਲਾਅ ਆ ਗਿਆ, ਫੇਸ ਦੇ ਵਿੱਚ ਕੁਝ ਫਰਕ ਪੈ ਗਿਆ। ਦੇਖੋ 5 ਸਾਲ ਦਾ ਅਰਸ਼ਾ ਬੀਤਿਆ, ਇਹਦੇ ਵਿੱਚ ਹੋ ਸਕਦਾ ਥੋੜਾ ਬਹੁਤਾ ਫਰਕ ਹੋ ਗਿਆ। ਹਰ ਇੱਕ ਦੇ ਸਰੀਰ ਦੇ ਵਿੱਚ ਫਰਕ ਪੈਂਦਾ ਹੈ, ਸਾਲਾਂ ਬੱਧੀ ਪੈਂਦਾ ਫਰਕ, ਪੈ ਗਿਆ ਹੋਏਗਾ। ਬਟ ਉਹ ਅਨੁਆਈ ਜਿਹੜੇ ਕਹਿ ਰਹੇ ਨੇ ਅਸੀਂ ਅਨੁਆਈ ਹਾਂ, ਉਹ ਅਨੁਆਈ ਹੋ ਹੀ ਨਹੀਂ ਸਕਦੇ। ਉਹ ਗੁਰੂ ਨੂੰ ਨਕਲੀ ਕਹਿ ਰਹੇ ਨੇ, ਉਹ ਡੇਰੇ ਦੇ ਅਨੁਆਈ ਹੋ ਹੀ ਨਹੀਂ ਸਕਦੇ। 5-4 ਬੰਦੇ ਨਕਲੀ ਕਹਿੰਦੇ ਨੇ ਤੇ ਆ 6 ਕਰੋੜ ਜਿਹੜੀ ਸੰਗਤ ਹੈ, ਜਿਹੜੀ ਹੁਣ ਵੀ ਲੱਖਾਂ ਦੀ ਤਾਦਾਦ ਵਿੱਚ ਡੇਰੇ ਆਉਂਦੇ ਨੇ, ਸੇਵਾ ਕਰਕੇ ਜਾਂਦੇ ਨੇ, ਉਹ ਅਸਲੀ ਕਹਿ ਰਹੇ ਨੇ। 4 ਬੰਦਿਆਂ ਪਿੱਛੇ ਕੋਈ ਲੱਗ ਕੇ ਇਹ ਨਹੀਂ ਮੰਨੇਗਾ ਕਿ ਗੁਰੂ ਜੀ ਨਕਲੀ ਨੇ। ਸਾਡੇ ਗੁਰੂ ਜੀ ਸਾਖਸ਼ਾਤ ਅਸਲੀ ਨੇ। ਅਸੀਂ ਉਹਨਾਂ ਦੇ ਦਰਸ਼ਨ ਕੀਤੇ ਨੇ, ਉਹਨਾਂ ਨਾਲ ਵਾਰਤਾਲਾਪ ਕੀਤਾ ਹੈ, ਬਿਲਕੁਲ ਉਹ ਅਸਲੀ ਨੇ ਔਰ ਬਿਲਕੁਲ ਸਹੀ ਨੇ। ਬਿਲਕੁਲ ਸੁਣਿਆ, ਸਾਡੇ ਦਰਸ਼ਕਾਂ ਨੇ ਵੀ ਸੁਣਿਆ ਤੇ ਤੁਸੀਂ ਵੀ ਸੁਣਿਆ। ਸਮਰਥਕ ਇਹ ਕਹਿ ਰਹੇ ਨੇ ਕਿ ਜਿਹੜੇ ਉੱਥੇ ਲੋਕ ਖੁਦ ਮਿਲ ਕੇ ਆਏ ਨੇ, ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਗੱਲ ਹੋ ਹੀ ਨਹੀਂ ਸਕਦੀ। ਤੇ ਦੂਜੀ ਗੱਲ ਇਹਨਾਂ ਨੇ ਆ ਕਿਹਾ ਕਿ ਕੁਝ ਲੋਕ ਐਜੇ ਨੇ ਜਿਹੜੇ ਡੇਰੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਪਿਛਲੇ ਲੰਬੇ ਸਮੇਂ ਤੋਂ ਵੱਡੇ ਪੱਧਰ ਤੇ ਡੇਰੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ। ਜੀ ਬਹੁਤ ਬਹੁਤ ਸ਼ੁਕਰੀਆ ਨਕੁਲ ਇਸ तमाम ਗੱਲਬਾਤ ਦੇ ਲਈ। ਨਕੁਲ ਜਸੂਜਾ ਮੇਰੇ ਸਹਿਯੋਗੀ ਸਿਰਸਾ ਡੇਰੇ ਦੇ ਅੰਦਰ ਮੌਜੂਦ ਸੀਗੇ। ਡੇਰੇ ਦੇ ਜਿਹੜੇ ਫੋਲੋਅਰ ਸੀਗੇ ਉਹਨਾਂ ਦੇ ਨਾਲ ਗੱਲ ਕਰ ਰਹੇ ਸੀਗੇ। ਡੇਰਾ ਮੁਖੀ ਰਾਮ ਰਹੀਮ ਨੂੰ ਲੈ ਕੇ ਗੰਭੀਰ ਇਲਜ਼ਾਮ ਲਾਏ ਗਏ ਨੇ ਕਿ ਰਾਮ ਰਹੀਮ ਨਕਲੀ ਹੈ। ਰਾਮ ਰਹੀਮ ਨੂੰ ਅਗਵਾ ਕਰਨ ਦਾ ਇਲਜ਼ਾਮ ਜਿਹੜਾ ਹੈਗਾ ਉਹ ਲਾਇਆ ਗਿਆ ਹੈ। ਜਿਹੜਾ ਰਾਮ ਰਹੀਮ ਇਸ ਵੇਲੇ ਬਰਨਾਵਾ ਵਿੱਚ ਮੌਜੂਦ ਹੈ, ਉਸ ਦੇ ਨਕਲੀ ਹੋਣ ਦਾ ਇਲਜ਼ਾਮ ਪਟੀਸ਼ਨ ਦੇ ਵਿੱਚ ਲਾਇਆ ਗਿਆ ਹੈ। ਤੇ ਜੇਲ੍ਹ ਜਾਣ ਤੋਂ ਪਹਿਲਾਂ ਦੀਆਂ ਤਸਵੀਰਾਂ ਔਰ ਪੈਰੋਲ ਤੇ ਆਉਣ ਤੋਂ ਬਾਅਦ ਦੀ ਤਸਵੀਰ ਜਿਹੜੀ ਹੈਗੀ ਹੈ, ਸਮਰਥਕ ਇਹ ਕਹਿ ਰਹੇ ਨੇ ਕਿ ਦੋਵਾਂ ਤਸਵੀਰਾਂ ਦੇ ਵਿੱਚ ਫਰਕ ਹੈਗਾ, ਹਾਵ ਭਾਵ ਬਦਲੇ ਹੋਏ ਨੇ। ਜਿਨ੍ਹਾਂ ਨੇ ਪਟੀਸ਼ਨ ਪਾਈ ਉਹ ਇਹ ਕਹਿ ਰਹੇ ਨੇ ਕਿ ਹਾਈਟ ਜਿਹੜੀ ਹੈਗੀ ਹੈ ਉਹ ਵੀ ਘਟੀ ਹੋਈ ਹੈ ਜਾਂ ਵਧੀ ਹੋਈ ਹੈ ਔਰ ਉਂਗਲਾਂ ਦਾ ਸਾਈਜ਼ ਵੀ ਜਿਹੜਾ ਹੈਗਾ ਉਸ ਤੇ ਵੀ ਕੁਐਸਚਨ ਮਾਰਕ ਕੀਤਾ ਗਿਆ ਹੈ ਪਟੀਸ਼ਨ ਪਾਉਣ ਵਾਲੇ ਦੇ ਵੱਲੋਂ। ਤੇ ਸਭ ਦੇ ਵਿਚਾਲੇ ਸਵਾਲ ਜਿਹੜਾ ਹੈਗਾ ਉਹ ਉੱਠ ਰਿਹਾ ਹੈ। ਫਿਲਹਾਲ ਸੁਣਵਾਈ ਜਿਹੜੀ ਹੈਗੀ ਇਸ ਮਾਮਲੇ ਦੀ ਸੋਮਵਾਰ ਨੂੰ ਹੋਣੀ ਹੈ ਹਾਈ ਕੋਰਟ ਦੇ ਵਿੱਚ। ਤੇ ਸਭ ਨੂੰ ਲੈ ਕੇ ਲਗਾਤਾਰ ਬਿਆਨ ਜਿਹੜੇ ਹੈਗੇ ਉਹ ਦੋਵੇਂ ਪਾਸੋਂ ਸਾਹਮਣੇ ਆ ਰਹੇ। ना तो किसी का बुरा कहो, ना किसी की निंदा करो, ना कभी भी किसी निंदा करने वाले का हाँ में हाँ भरो। ये हमने चिट्ठियों में भी डाला, 10 चिट्ठियाँ आपको लिख के भेजी हैं। गुड़गामा में भी हमने यही भगवान से प्रार्थना करते रहे जब 21 दिन वहाँ पे रहे, और अब यहाँ आए हैं तो यही प्रार्थना चल रही है, हे प्रभु सारे संसार में शांति दे, हमारे इस देश में शांति रहे। हे प्रभु, हे मेरे मालिक, ये जो तूफ़ान उठ रहे हैं, तू दया का सागर है, तू रहमत का दाता है। इन तूफ़ानों को रोक दे, इंसान को सोझी दे, क्योंकि ये इंसानियत के लिए अच्छी चीज़ें नहीं हैं। राम जी से दुआ कर सकते हैं, शास्त नाम शाह मस्तान दाता से। और दूसरी बात, अभी शायद कुछ देर पहले हमने डॉक्टर साहब को कहा था, डॉक्टर नैन ने भी हमें बताया था कि कुछ देर के लिए साथ संगत ना आए, तो फिर वो कह रहे थे कि मैं ट्वीट करने जा रहा हूँ। तो शायद उन्होंने ट्वीट किया होगा इस तरह का कि भाई आप प्रशासन ने थोड़ी देर के लिए रोका है तो रुकना है, तो आपने रुकना है, ज़रूर माना करो आप, क्योंकि आपके ही चुने हुए सेवादार हैं। हम ठीक है उन्हें कह देते, बता देते हैं, आप में से ही वो सेवादार हैं, तो पूरा अमल करना। बाकी कोई कुछ भी कहता फिरे, इसी की तरफ ध्यान मत दिया करो। हम जब जेल में गए थे ना, शुरू में सुनारिया में गए थे, तो एक बड़ी अजीब बात हुई, क्योंकि उन लोगों ने हमें उस रूप में देखा हुआ था जिसमें सेकंड सिंह बने हुए थे, हैं जी, समझ गए गुड्डी और मुंडे तनु समझ आ गई ना? हाँ, तो उन्होंने उस रूप में देखा हुआ था। तो हमने कहा, कहने लगे जी बाबा तो डुप्लीकेट आ गया। अरे हमने कहा नहीं भाई, हम तो वही हैं। कहते ना ना, ये देख बाबा, या तो तेरी दाढ़ी न्यू है और अरे तेरी दाढ़ी न्यू है। फिर उनको यूं करके हमने यूं करके दिखाया। कहते अरे ये तो वही बाबा है। बड़ी मुश्किल से यकीन आया उनको। तो मतलब इस तरह की बातें होती रही। तो शास्त नाम जी दाता रहमत ने, उन्होंने रहमत करी है मालिक ने। हम थे, हम हैं, हम ही रहेंगे। हम तो नहीं हैं, लेकिन वो शास्त नाम शाह मस्तान दाता रहबर हम में है, तो इसलिए MSG बना दिया उन्होंने। और आपकी सेवा के लिए हम तो चौकीदार हैं, सेवादार हैं।
ਸੋ ਇਹ ਵੀਡੀਓ ਜਿਹੜਾ ਹੈਗਾ ਉਹ ਥੋੜੇ ਦਿਨ ਪਹਿਲਾਂ ਆਇਆ ਸੀਗਾ ਜਦੋਂ ਰਾਮ ਰਹੀਮ ਨੂੰ ਪੈਰੋਲ ਮਿਲੀ ਸੀਗੀ। ਪੈਰੋਲ ਮਿਲਣ ਤੋਂ ਬਾਅਦ ਇਹ ਸ਼ੁਰੂਆਤੀ ਵੀਡੀਓ ਸੀਗਾ। ਬਰਨਾਵਾ ਡੇਰੇ ਦੇ ਵਿੱਚ ਰਾਮ ਰਹੀਮ ਮੌਜੂਦ ਸੀ ਤੇ ਉਸਨੇ ਆਪਣੇ ਹਮਾਇਤੀਆਂ ਦੇ ਲਈ ਵੀਡੀਓ ਰਿਲੀਜ਼ ਕੀਤਾ ਸੀ। ਪਰ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਸਵਾਲ ਉੱਠਣੇ ਸ਼ੁਰੂ ਹੋਏ। ਡੇਰਾ ਦੇ ਸਮਰਥਕ ਡਾਕਟਰ ਮੋਹਿਤ ਗੁਪਤਾ ਵੀ ਇਲਜ਼ਾਮ ਲਗਾ ਰਹੇ ਨੇ ਕਿ ਪੈਰੋਲ ਤੇ ਬਾਹਰ ਆਇਆ ਰਾਮ ਰਹੀਮ ਨਕਲੀ ਹੈ। ਆਪਣੇ ਦਾਅਵੇ ਨੂੰ ਸਾਬਿਤ ਕਰਨ ਦੇ ਲਈ ਮੋਹਿਤ ਕਈ ਤਸਵੀਰਾਂ ਵੀ ਵਿਖਾ ਰਹੇ ਨੇ। हमारा ऑब्जेक्टिव स्टैंड क्लियर है कि जो शख्स बरनावा उत्तर प्रदेश में पिताजी के लिबास में है भी वो पहले तो 99.9% हम सोच रहे थे, तो लगभग अब 100% हम सोच रहे हैं। अभी हमारे को ऑलमोस्ट यकीन है भी ये व्यक्ति हजूर पिताजी नहीं है, ये कोई और है, क्योंकि इसका स्वभाव, इसका व्यवहार, इसकी चाल ढाल सब कुछ अलग है। इसके अंदर वो रूहानी ताकत नहीं है जो रूहों को खींचती है, वो प्रेम नहीं है इसके चेहरे में जो लोगों में आपसी प्यार बढ़ाए, वो खुशी नहीं है भी जो दर्शन करके वो खुशी, मतलब जैसे पुराना सत्संग भी देख लेंगे तो वो भी आत्मा को शांति देता है। कोई पुराना सत्संग भी अगर सुन लें, लेकिन नए वीडियो सुन रहे हैं वो शांति नहीं दे रहा है, बेचैनी पैदा कर रहे हैं। और कई बार तो कल वाला तो बोर ज़्यादा करने लगे, बहुत ज़्यादा बोर हो गए सुन के। अब ये जो एहसास है भी, ये एहसास को अब झूठा मान लें और इसी एहसास के भरोसे तो खड़े हैं।